गुरु प्यारी साध संगत जी, आओ सारिया संगतां एक मन एक चित्त होके सतगुरां दी बाणी दे नाल साझा पाइए। ये जो अपना जो मनुखा जीवन है इसनूं सफल कर लईए। आओ सारिया संगतां एक मन एक चित्त होके अपनी रसना नूं पवित्र करिए जी। जय गुरुदेव, धन गुरुदेव, जय भीम। आओ सारी संगतां एक मन एक चित्त होके सतगुरां दी बाणी दे नाल साझा पाइए। बहुत जन्म बिछड़े थे मादो, एहो जन्म तुम्हारे लेखे। कह रवदासी आस लग जीवो, चिर पयो दर्शन देखे। आओ सारी संगत एक मन एक चित्त होके बाणी में श्रवण कर लगे। जाके बाप वैसी करी, पोत ऐसी सरी। जाके बाप वैसी करी, पोत ऐसी सरी।
अनेकी होए बिसरियो आन रे आने हरे पूरे सो आन रे आने हरे पूरे सो जाके बैसी करी होते ऐसी सरी जाके आज का जो शब्द है सतगुरु रविदास महाराज बाणी ਦੇ ਵਿੱਚ ਫਰਮਾਨ ਕਰਦੇ ਨੇ ਸਾਨੂੰ ਸਮਝਾਉਣਾ ਕੀਤਾ ਹੈ ਕਿ ਜਿਵੇਂ ਗੁਰਮੁਖ ਪਿਆਰੇ ਹਰ ਜਪਤ ਤੇਉ ਜਨ ਪਦਮ कबलास पते तास समतुल नाही आन को एक ही एक अनेक हुए विस्तरियो आन रे आन भरपूर सो। इस शब्द के विच सतगुरु रविदास महाराज कायनात नूं पूरे संसार नूं समझाउणा करदे ने कि जिहड़े गुरमुख प्यारे जिहड़े संत जन जिहड़े गुरमुख प्यारे जिहड़े संत जन माया तो रहत परमात्मा दी खोज करते ने परमात्मा दी खोज करते ने परमात्मा दी स्टडी करते ने वो गुरमुख प्यारे संत जन प्रभु परमात्मा दे सेवक बन जाते ने उस घर दे श्रद्धालु बन जाते ने वो सतगुरां दे चरनां दी धूड़ बन जाते ने वो सतगुरां दी बाणी नूं प्यार करन लग पैंदे ने वो सतगुरां दी बाणी नूं करता धरता समझ लेंदे ने। फिर उन्हां दे जीवन दे विच किहो जी तब्दीली आउंदी है उन्हां दे जीवन दे विच इहो जी तब्दीली आउंदी है उन्हां गुरमुख प्यारियां नूं उस प्रभु वर्गा जां उस मालिक दे बराबर दा कोई भी इंसान नहीं दिसदा क्योंकि वो गुरमुख प्यारे
अपना तन मन धन वो अपने अकाल पुरख नूं, अपने शहनशाह नूं वो अर्पण कर दिंदे ने। जदों वो अर्पण कर दिंदे ने फिर उन्हां दी सोच दे विच इह तब्दीली आउंदी है। जदों फिर इह तब्दीली आउंदी है फिर वो गुरमुख प्यारे उन्हां नूं इस संसार दे विच अनेकां ही रूप व्यापक घट घट दे विच भरपूर दिसदे ने, क्योंकि इत्थे मालिक ने सतगुरु रविदास महाराज ने सानूं समझाउणा कीता है बाणी दे विच कि ਉਹ ਜਿਹੜੇ ਗੁਰਮੁਖ ਪਿਆਰੇ ਹੁੰਦੇ ਨੇ ਉਹਨਾਂ ਦੀ ਜਿਹੜੀ ਦੇਖਣ ਦੀ ਦ੍ਰਿਸ਼ਟੀ ਹੁੰਦੀ ਹੈ ਉਹ ਇੱਕ ਅਨੁਕੂਲ ਬਣ ਜਾਂਦੀ ਹੈ, ਸਾਫ਼ ਸੁਥਰੀ ਬਣ ਜਾਂਦੀ ਹੈ। ਉਹ ਜਿੱਧਰ ਵੀ ਸੰਸਾਰ ਦੇ ਵਿੱਚ ਦੇਖਦੇ ਨੇ ਉਹਨਾਂ ਨੂੰ ਚਾਨਣ ਹੀ ਨਜ਼ਰ ਆਉਂਦਾ ਹੈ, ਗਿਆਨ ਹੀ ਨਜ਼ਰ ਆਉਂਦਾ ਹੈ, ਕਿਉਂਕਿ ਉਹਨਾਂ ਨੇ ਮਾਲਕ ਨੂੰ ਜਾਣਨ ਦੀ ਕੋਸ਼ਿਸ਼ ਕੀਤੀ। ਅੱਜ ਇਸ ਸ਼ਬਦ ਦੇ ਵਿੱਚ ਵੀ ਜਿਨ੍ਹਾਂ ਨੇ ਉਸ ਮਾਲਕ ਨੂੰ ਜਾਣਿਆ, ਜਿਨ੍ਹਾਂ ਨੇ ਉਸ ਮਾਲਕ ਨੂੰ ਪਾਇਆ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤਾਂ ਕੀਤੀਆਂ, ਉਹਨਾਂ ਬਾਰੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਅੱਜ ਸਾਨੂੰ ਸਮਝਾਉਣਾ ਕਰਦੇ ਨੇ। ਔਰ ਇਹ ਬਾਣੀ ਦੇ ਰਾਹੀਂ ਜਦੋਂ ਸਮਝਾਂਗੇ ਸਾਡਾ ਜੋ ਗਿਆਨ ਹੈ, ਸਾਡਾ ਜੋ ਗਿਆਨ ਹੈ ਉਹ ਵਧੇਗਾ। ਜਦੋਂ ਵਧੇਗਾ ਸਾਡੀ ਜ਼ਿੰਦਗੀ ਦੇ ਵਿੱਚ, ਸਾਡੇ ਵਿਚਾਰਾਂ ਦੇ ਵਿੱਚ ਫਿਰ ਤਬਦੀਲੀਆਂ ਆਉਣਗੀਆਂ। ਜਦੋਂ ਤਬਦੀਲੀਆਂ ਆਉਣਗੀਆਂ ਸਾਡੇ ਵਿਚਾਰ ਬਦਲ ਜਾਣਗੇ, ਸਾਡੀ ਵਿਚਾਰਧਾਰਾ ਬਦਲ ਜਾਵੇਗੀ। ਇਸ ਕਰਕੇ ਸਤਸੰਗੀਓ ਆਓ ਸਤਿਗੁਰਾਂ ਦੀਆਂ ਰਹਿਮਤਾਂ ਨੂੰ, ਸਤਿਗੁਰਾਂ ਦੀ ਬਾਣੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਢਾਲੀਏ, ਜ਼ਿੰਦਗੀ ਦੇ ਵਿੱਚ ਢਾਲ ਕੇ ਆਪਣੇ ਵਿਚਾਰਾਂ ਨੂੰ ਵੀ ਸਾਫ਼ ਸੁਥਰਾ ਕਰੀਏ। ਕਿਉਂਕਿ ਬਾਣੀ ਨੇ ਜੋ ਕੁਝ ਸਾਨੂੰ ਆਖ ਦਿੱਤਾ ਹੈ, ਜੋ ਸਤਿਗੁਰਾਂ ਨੇ ਬਾਣੀਆਂ ਨੂੰ ਰਚ ਕੇ ਅੰਕਿਤ ਕਰ ਦਿੱਤਾ ਹੈ, ਅੱਜ ਲੋੜ ਵੀ ਸਾਨੂੰ ਹੈ, ਸਾਨੂੰ ਮਨੁੱਖਾ ਜੀਵਨ ਨੂੰ ਹੈ ਕਿ ਅਸੀਂ ਇਸ ਨੂੰ ਪੜ੍ਹ ਕੇ, ਸਰਵਣ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਆਪ ਖੁਦ ਢਲਣਾ ਹੈ, ਨਾ ਕਿ ਅਸੀਂ ਦੂਸਰਿਆਂ ਨੂੰ ਸਮਝਣ ਵਾਸਤੇ ਕਹਿਣਾ ਹੈ। ਜਦੋਂ ਤੱਕ ਇਨਸਾਨ ਆਪ ਖੁਦ ਨਹੀਂ ਸਮਝਦਾ, ਜਦੋਂ ਤੱਕ ਇਨਸਾਨ ਆਪ ਖੁਦ ਨਹੀਂ ਸਮਝਦਾ, ਉਦੋਂ ਤੱਕ ਉਹ ਇਨਸਾਨ ਦੂਸਰੇ ਇਨਸਾਨ ਨੂੰ ਆਪਣੀ ਵਿਚਾਰਧਾਰਾ, ਆਪਣਾ ਗਿਆਨ ਨਹੀਂ ਵੰਡ ਸਕਦਾ। ਕਿਉਂਕਿ ਇਹ ਇੱਕ ਬਾਣੀ ਦੀ ਗਰੰਟੀ ਹੈ ਕਿ ਗੁਰਮੁਖ ਪਿਆਰਾ ਪਹਿਲਾਂ ਆਪ ਉਸ ਮਾਲਕ ਦਾ, ਇਸ ਬਾਣੀ ਦਾ ਆਪਣੇ ਸਰੀਰ ਦੇ ਵਿੱਚ, ਆਪਣੇ ਜੀਵਨ ਦੇ ਵਿੱਚ ਉਸ ਦੀ ਖੋਜ ਕਰੇ। ਫਿਰ ਜੋ ਇਹ ਸਮੁੰਦਰ ਹੈ, ਸੰਸਾਰ ਸਮੁੰਦਰ ਹੈ, ਕਿਉਂਕਿ ਇਹ ਜੋ ਸੰਸਾਰ ਸਮੁੰਦਰ ਹੈ ਇਹ ਗਿਆਨ ਦੇ ਨਾਲ ਨੱਕਾ ਨੱਕ ਭਰਿਆ ਹੋਇਆ ਹੈ। ਸਿਰਫ
ਤੋਂ ਸਿਰਫ ਅੱਜ ਲੋੜ ਹੈ ਸਾਨੂੰ ਥੋੜਾ ਜਿਹਾ ਉਦਮ ਕਰਨ ਦੀ, ਕੋਈ ਜ਼ਿਆਦਾ ਨਹੀਂ, ਥੋੜਾ ਜਿਹਾ ਉਦਮ ਕਰਨ ਦੀ। ਅਸੀਂ ਥੋੜਾ ਜਿਹਾ ਵੀ ਉਦਮ ਕਰ ਲਵਾਂਗੇ ਤੇ ਸਾਨੂੰ ਇਹ ਜੋ ਬਾਣੀਆਂ ਦੇ ਰਾਹੀਂ ਸਮਝਾਇਆ ਗਿਆ ਹੈ ਉਹ ਸਾਨੂੰ ਸਮਝ ਆ ਜਾਵੇਗਾ। ਕਿਉਂਕਿ ਜੇਕਰ ਗੱਲ ਕੀਤੀ ਜਾਵੇ ਕਿ ਸੰਸਾਰ ਦੇ ਉੱਤੇ ਅਤਿਆਚਾਰ ਖਤਮ ਹੋ ਗਏ ਨੇ, ਸਤ ਸੰਗਿਓ, ਅਤਿਆਚਾਰ ਅੱਜ ਵੀ ਆਪਣੇ ਸਮੇਂ ਦੇ ਹਿਸਾਬ ਦੇ ਨਾਲ ਬਰਕਰਾਰ ਹੈ। ਜੋ ਮਨੁਵਾਦੀ ਸੋਚ ਦੇ ਲੋਕ ਹਨ ਉਹ ਅੱਜ ਵੀ ਗਰੀਬ ਲੋਕਾਂ ਦੇ ਉੱਤੇ ਆਪਣਾ ਅਤਿਆਚਾਰ ਕਰ ਰਹੇ ਨੇ। ਅੱਜ ਲੋੜ ਹੈ ਕਿ ਆਪਣਾ ਜੋ ਜੀਵਨ ਹੈ ਆਪਣਾ ਕਿਸੇ ਵੀ ਤਰੀਕੇ ਦੇ ਨਾਲ ਇਹ ਜੋ ਸਾਡੇ ਤੇ ਅੱਜ ਅਤਿਆਚਾਰ ਹੋ ਰਿਹਾ ਹੈ ਇਸ ਤੋਂ ਬਚਣ ਵਾਸਤੇ ਸਾਡੇ ਕੋਲ ਜਦੋਂ ਤੱਕ ਗਿਆਨ ਨਹੀਂ ਹੋਵੇਗਾ, ਕਿਉਂਕਿ ਜਦੋਂ ਤੱਕ ਸਾਡੇ ਕੋਲ ਗਿਆਨ ਨਹੀਂ ਹੋਵੇਗਾ ਉਦੋਂ ਤੱਕ ਸਾਡੇ ਵਿਚਾਰਧਾਰਾ ਨਹੀਂ ਬਦਲੇਗੀ। ਸਾਨੂੰ ਕੁਝ ਸਮਝ ਲੱਗੇਗਾ, ਅਸੀਂ ਕਿਸੇ ਵੀ ਸਿਸਟਮ ਨੂੰ ਪੜ੍ਹਨਾ ਹੋਵੇਗਾ, ਸਾਡੇ ਕੋਲ ਗਿਆਨ ਚਾਹੀਦਾ ਹੈ। ਅਗਰ ਸਾਡੇ ਕੋਲ ਗਿਆਨ ਨਹੀਂ ਹੋਵੇਗਾ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਿੱਤ ਨਹੀਂ ਪ੍ਰਾਪਤ ਕਰ ਸਕਦੇ। ਇਸ ਕਰਕੇ ਸਤਸੰਗੀਓ, ਕੋਸ਼ਿਸ਼ ਕਰੀਏ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਵੀ ਜਿਨ੍ਹਾਂ ਮਹਾਂਪੁਰਸ਼ਾਂ ਨੂੰ ਬਾਰੇ ਇਸ ਬਾਣੀ ਦੇ ਵਿੱਚ ਸ਼ਬਦ ਦੇ ਵਿੱਚ ਦੱਸਿਆ ਗਿਆ ਹੈ, ਉਹਨਾਂ ਨੇ ਖੁਦ ਵੀ ਆਪਣੇ ਸਰੀਰ ਦੇ ਉੱਤੇ ਇਹ ਜ਼ੁਲਮਾਂ ਨੂੰ ਸਹਿਆ ਤੇ ਆਪ ਵੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੇ ਸਰੀਰ ਦੇ ਉੱਤੇ ਇਹਨਾਂ ਜ਼ੁਲਮਾਂ ਨੂੰ, ਇਹਨਾਂ ਦੁੱਖਾਂ ਨੂੰ ਹੰਢਾਇਆ। ਇਸ ਕਰਕੇ ਆਓ ਸਤਸੰਗੀਓ ਸ਼ਬਦ ਦੇ ਨਾਲ
जाके भागवत लिखिए अवर नहीं पेखिए, तास की जात अशोक शिपा। व्यास में लिखिए सनक नहीं पेखिए, नाम की नामना सतत दीपा। इत्थे सतगुरु रविदास महाराज जी ने इस बाणी दे राਹੀਂ सतगुरु नामदेव महाराज जी दा सतगुरु नामदेव महाराज जी दे जीवन बारे बाणी अंकित किया। जिस सतगुरु नामदेव महाराज जी दे घर दे विच सिर्फ तो सिर्फ उस मालिक दी ही, उस पार ब्रह्म दी, उस गोविंद दी सिर्फ तो सिर्फ सलाह लिखी जा रही सी। प्रभु दे नाम तो बिना, प्रभु दे नाम तो बिना कुछ होर देखण नूं मिलदा ही नहीं। हुण जिहड़े उच्ची जात दे लोग सन, जिहड़े उच्ची जात दे लोग सन, वो सतगुरु नामदेव महाराज जी नूं उन्हां दी याद करके उन्हां नूं शिपा करके कहते सन, उन्होंने अछूत मानते सन। पर सत्संगियो उन्हां याद अभिमानियां नूं इस गल का ज्ञान नहीं सी कि सतगुरु नामदेव महाराज जी तिन्ना लोकां दे वासी ने, क्योंकि अज्ञानता है। जदों तक अज्ञानता है उदों तक इंसान ये समझ नहीं आ रही, उदों तक इंसान उस गुरमुख प्यारे ते, उस संत जन ते किंतु परंतु हमेशा करता रहेगा। इत्थे सतगुरु अर्जन देव महाराज जी पंजवीं पातशाही बाणी दे विच लिखदे ने, ऊच ते ऊच नाम दिओ समदर्शी, रविदास ठाकुर बण आई।
ਊਚ ਤੇ ਊਚ ਨਾਮ ਦਿਓ ਸਮਦਰਸੀ ਰਵਿਦਾਸ ਠਾਕੁਰ ਬਣ ਜਾਏ। ਸਤਿਗੁਰੂ ਜੀ ਲਿਖਦੇ ਨੇ ਕਿ ਸਤਿਗੁਰੂ ਨਾਮਦੇਵ ਮਹਾਰਾਜ ਜੀ, ਉਹਨਾਂ ਦੀ ਜੋ ਦ੍ਰਿਸ਼ਟੀ ਸੀ ਸਮਦਰਸ਼ੀ ਸੀ, ਬਹੁਤ ਉੱਚੀ ਸੀ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਰਵਿਦਾਸ ਠਾਕੁਰ ਮਹਾਰਾਜ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਤਾਂ ਠਾਕੁਰ ਬਣ ਕੇ ਆਏ, ਅਕਾਲ ਪੁਰਖ ਦਾ ਰੂਪ ਆਪ ਖੁਦ ਬਣ ਕੇ ਆਏ। ਉਹਨਾਂ ਨੇ ਬਾਣੀ ਦੇ ਵਿੱਚ ਅੰਕਿਤ ਕੀਤਾ। ਫਿਰ ਸਤਿਗੁਰੂ ਧੰਨਾ ਜੀ ਵੀ ਬਾਣੀ ਦੇ ਵਿੱਚ ਲਿਖਦੇ ਨੇ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਕਿ ਪ੍ਰਮਾਤਮਾ ਦਾ ਗੋਬਿੰਦ ਨਾਮ ਜਪ ਜਪ ਕੇ ਨਾਮਦੇਵ ਜੀ ਵੀ ਉਸ ਮਾਲਕ ਦੇ ਵਿੱਚ, ਉਸ ਗੋਬਿੰਦ ਦੇ ਵਿੱਚ ਲੀਨ ਹੋ ਗਏ। ਫਿਰ ਇੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਮਹਾਨ ਵਿਦਵਾਨ व्यास ने लिखी है सनक में लिखी है नाम की कामना सप्त दीपा। जो महान विद्वान हुए ने उन्होंने ग्रंथ लिखे ने, उन्होंने लिखिया कि जदों मैं इन्हां दी बाणियां नूं इन्हां दे ग्रंथां नूं भी पढ़िया, इन्हां ने भी व्यास जी ने भी उस अकाल पुरख की उस्तत की है। जदों सनक जी दे भी ग्रंथां नूं पढ़िया, उन्होंने भी उस परमात्मा की उस्तत की है। भाव उन्होंने परमात्मा के नाम की वडियाई की, परमात्मा के नाम की महिमा सत दीपां विच, भाव सारे खंडा ब्रह्मंडां दे विच हो रही है। ये सतगुरु रविदास महाराज जी ने, क्योंकि जदों तक असीं किसी सिस्टम नूं, किसी ज्ञान नूं, किसी ग्रंथ नूं, किसी बाणी नूं नहीं पढ़ते, नहीं सरवण करते, उदों तक सानू पता नहीं लगेगा कि किहड़े महापुरुषां ने किन्हां दे प्रति किस तरीके दे नाल लिखिया गया है। जिस तरीके दे नाल अज आपां इस विचार बारे, इस शब्द बारे विचारां कर रहे हां, इस शब्द दे विच सतगुरु नामदेव महाराज जी का जीवन का विचार किया गया है। अगलियां पंक्तियां दे विच सतगुरु कबीर साहब महाराज जी के जीवन बारे दस्या गया है, किस किस तरीके दे नाल उन्हां दी जिंदगी दे विच होया, किस किस तरीके दे नाल वापरिया, और उन्होंने किस तरीके दे नाल उन्हां समयां दा मुकाबला किया, और मुकाबला किया किस तरीके नाल, उस ज्ञान नाल, वो विचारां नाल, वो सच दे नाल। क्योंकि जदों तक इंसान दे कोल सच नहीं है, जदों तक इंसान दे कोल ज्ञान नहीं है, उदों तक इंसान इस सिस्टम नूं, इस सिस्टम दे उत्ते चलण वास्ते अपना जो समय आ वो लगा नहीं सकता। आओ सत्संगियों बाणी दे नाल विचार करते
शहीद बकरीद कुल गौरे बद करे मानिय शेख शहीद पीरा जां के बाप वैसी करे ऊत ऐसी सरी। इत्थे सतगुरु रविदास महाराज जी सतगुर कबीर साहब महाराज जी बारे सन दसदे ने कि उन्हां दी जिंदगी दे विच उन्हां दे जीवन दे विच किस तरीके नाल वरतना। सतगुरु रविदास महाराज जी दसदे ने कि जिस कबीर जी दी कुल दे लोक ईद अते बकरीद दे दिनां दे विच गौ नूं ते बकरियां नूं हलाल कीता जांदा सी कि जदों ईद ते बकरीद दे दिन आउंदे ने मुसलमानां वल्लों उन्हां दे जात दे लोकां वल्लों गौआं नूं अते बकरियां नूं हलाल कीता जांदा सी। हुण इत्थे सतगुरु कबीर साहब महाराज जी ने जदों इस सिस्टम नूं देखिया, जदों हलाल करते सी वो अपने शेखां नूं शेख शहीद पीरा शेख नूं याद करते सी, अपने रहबरां नूं याद करते सी, शहीदां नूं याद करते सी, पीरां नूं याद करते सी। इस सिस्टम नूं जदों सतगुरु कबीर साहब महाराज जी ने अपनी जिंदगी दे विचारिया कि ये सही है, उन्होंने सोच विचार करके इस सिस्टम दे नाल अपना जो जीवन सी उन्होंने जोड़िया, क्योंकि उन्होंने समझिया, उन्होंने महसूस होया कि जेकर किसी जीव आत्मा की बलि दे के उसनों हलाल करके उसनों मार के परमात्मा नूं खुश किया जा सकदा, वो परमात्मा किस तरीके का होवेगा, किदां दा होवेगा। क्योंकि परमात्मा का जो रिश्ता है वो तो इंसान का उस पार ब्रह्म दे नाल सीधा है। फिर इस सिस्टम दे नाल क्यों जुड़िया जाए? उन्होंने अपने अंदर एक विचार सिस्टम नूं जोड़िया, उन्होंने उस मालिक की बंदगी की। जदों मालिक की बंदगी की उन्होंने उस अकाल पुरख के दर्शन हुए। दर्शन होए किदां? उन्होंने सच नूं जानिया, सच की पहचान करने की कोशिश की कि सच की है। क्योंकि जदों तक असीं सच दे नाल नहीं जुड़दे उदों तक असीं अज्ञानता दे विच रहांगे। जदों तक असीं अज्ञानता दे विच हां उदों तक असीं ज्ञान दे विच नहीं आ सकते, सच की पहचान नहीं कर सकते। और अज भी इसी धरती दे उत्ते उसे तरीके नाल हो रहा है। लोकी भरम भुलेखियां दे विच अज भी तुरे फिरदे ने, अपनी जिंदगियां नूं
ਐਵੇਂ ਹੀ ਲੰਘਾਈ ਜਾ ਰਹੇ ਨੇ। ਸੱਚ ਨੂੰ ਜਾਣਨ ਦੀ ਕਿਸੇ ਦੀ ਆਪਣੇ ਆਪ ਦੇ ਵਿੱਚ ਹਿੰਮਤ ਨਹੀਂ ਪੈ ਰਹੀ। ਸੱਚ ਨੂੰ ਸੁਣ ਕੇ ਵੀ, ਸੱਚ ਨੂੰ ਪੜ੍ਹ ਕੇ ਵੀ ਆਪਣੀਆਂ ਜ਼ਿੰਦਗੀਆਂ ਨੂੰ ਉਹਨਾਂ ਵਿਚਾਰਾਂ ਦੇ ਉੱਤੇ, ਉਹਨਾਂ ਗਿਆਨ ਦੀਆਂ ਰੂਹਾਂ ਦੇ ਉੱਤੇ ਹਿੰਮਤ ਨਹੀਂ ਕਰਦੇ। ਇਸ ਕਰਕੇ ਸਤਸੰਗੀਓ, ਜੇਕਰ ਅਸੀਂ ਬਾਣੀ ਨੂੰ ਸਹੀ ਤਰੀਕੇ ਦੇ ਨਾਲ ਵਿਚਾਰਾਂਗੇ, ਸਮਝਾਂਗੇ, ਹੁਣ ਇਸ ਤਰੀਕੇ ਇਹ ਜੋ ਬਾਣੀ ਨੂੰ ਲਿਖਿਆ ਗਿਆ ਹੈ, ਜਾਂ ਕੇ ਬਾਪ ਵੈਸੀ ਕਰੀ ਪੂਤ ਐਸੀ ਸਰੀ, ਕਿ ਜਿਸ ਤਰੀਕੇ ਨਾਲ ਉਹਨਾਂ ਦੇ ਕੁੱਲ ਕਰਦੀ ਸੀ, ਉਹਨਾਂ ਦੇ ਜਾਤ ਦੇ ਲੋਕ ਕਰਦੇ ਸੀ, ਪਰ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਨੇ ਉਹਨਾਂ ਦੇ ਉਲਟ ਕੰਮ ਕੀਤਾ। ਪੂਤ ਐਸੀ ਸਰੀ, ਉਹਨਾਂ ਦੇ ਬੱਚੇ ਨੇ, ਉਹਨਾਂ ਦੇ ਪੁੱਤਰ ਨੇ ਉਹ ਕੰਮ ਕੀਤਾ ਕਿ ਜਿਹੜਾ ਸਹੀ ਸੀ। ਇਸ ਕਰਕੇ ਸਤਸੰਗੀਓ, ਆਓ ਬਾਣੀ ਦੀਆਂ ਵਿਚਾਰਾਂ ਦੇ ਨਾਲ, ਬਾਣੀ ਦੇ ਨਾਲ ਜੁੜਦੇ ਹਾਂ। ਇੱਥੇ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਬਾਣੀ ਦੇ ਵਿੱਚ ਲਿਖਦੇ ਨੇ, ਮੁਨਨਾ ਤਨਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁੱਲਾ ਜੁਲਾਹਰਾ ਭਇਓ ਗੁਣੀ ਗਹੀਰਾ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਬਾਣੀ ਦੇ ਵਿੱਚ ਲਿਖਦੇ ਨੇ ਕਿ ਮੁਨਨਾ ਤਨਨਾ ਤਿਆਗ ਕੇ, ਛੱਡ ਕੇ ਪਰਮਾਤਮਾ ਦੇ ਚਰਨਾਂ ਦੇ ਨਾਲ ਪ੍ਰੀਤੀ ਕੀਤੀ। ਜਿਸ ਕਬੀਰ ਨੂੰ ਲੋਕ ਨੀਚ ਕਹਿੰਦੇ ਸਨ, ਜੁਲਾਹਾ ਸਮਝਦੇ ਸਨ, ਉਹ ਸਭ ਮਾਲਕ ਦੇ ਨਾਲ ਇੱਕ ਮਿੱਕ ਹੋ ਗਏ, ਮਾਲਕ ਦੀ ਬੰਦਗੀ ਦੇ ਨਾਲ ਜੁੜ ਗਏ, ਸੱਚ ਦੀ ਪਹਿਚਾਣ ਕਰ ਲਈ। ਆਓ ਇਸ ਤਰੀਕੇ ਨਾਲ
पाप जाके पाप पैसी करी होते ऐसे शरीर जाके जाके कुटुंब के ढेंड सब ढोर टोवंत फिरे आजू बनारसी आस पास आचार सहत विपर करे डंडौत तेन तने रविदास दसान दस ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਵੀ ਆਪਣੇ ਜੀਵਨ ਬਾਰੇ ਆਪਣੀ ਜ਼ਿੰਦਗੀ ਬਾਰੇ ਬਾਣੀ ਦੇ ਵਿੱਚ ਬਿਆਨ ਕਰਕੇ ਦੱਸਿਆ ਹੈ ਕਿ ਮੇਰੇ ਨਾਲ ਵੀ ਕਿਸ ਤਰੀਕੇ ਨਾਲ ਹੋਇਆ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ ਮੇਰੇ ਕੁਲ ਦੇ ਲੋਕ ਮੇਰੇ ਕੁਲ ਦੇ ਲੋਕ ਅਜੇ ਵੀ ਬਨਾਰਸ ਦੇ ਆਲੇ ਦੁਆਲੇ ਅਜੇ ਵੀ ਬਨਾਰਸ ਦੇ ਆਲੇ ਦੁਆਲੇ ਮਰੇ ਹੋਏ ਪਸ਼ੂਆਂ ਨੂੰ ਢੋਂਦੇ ਹਨ ਪਰ ਉਹਨਾਂ ਦੀ ਕੁਲ ਦੇ ਵਿੱਚ जन्म लैके उन्होंने पुत्र ने उन्होंने कुल दे विच जन्म लैके उन्होंने पुत्र ने परमात्मा की इहो जी बंदगी की आचार सहित विपर करे डंडौत ਇਹੋ ਜਿਹੀ ਬੰਦਗੀ ਕੀਤੀ ਜਿਹੜੇ ਲੋਕ ਜਿਹੜੇ ਮਨੋਵਾਦੀ ਸੋਚ ਦੇ ਲੋਕ ਉਹਨਾਂ ਦਾ ਮਜ਼ਾਕ ਉਡਾਉਂਦੇ ਸਨ, ਹਮੇਸ਼ਾ ਉਹਨਾਂ ਦੀ ਨਿੰਦਿਆ ਕਰਦੇ ਸਨ, ਚੁਗਲੀਆਂ ਕਰਦੇ ਸਨ, ਰਾਜਿਆਂ ਦੇ ਦਰਬਾਰ ਦੇ ਵਿੱਚ ਜਾ ਕੇ ਚੁਗਲੀਆਂ ਕਰਦੇ ਸਨ। ਅੱਜ ਉਹੀ ਲੋਕ, ਕਿਉਂਕਿ ਜਦੋਂ ਤੱਕ ਸੱਚਾਈ ਜੋ ਹੁੰਦੀ ਹੈ ਜੱਗ ਦੇ ਸਾਹਮਣੇ ਨਹੀਂ ਆਉਂਦੀ, ਉਦੋਂ ਤੱਕ ਇਨਸਾਨ ਦੀ ਜੋ ਮਿਹਨਤ ਹੁੰਦੀ ਹੈ ਉਦੋਂ ਤੱਕ ਰੰਗ ਨਹੀਂ ਲਿਆਉਂਦੀ। ਰੰਗ ਉਦੋਂ ਹੀ ਲਿਆਉਂਦੀ ਹੈ ਜਦੋਂ ਜੱਗ ਦੇ ਵਿੱਚ, ਸੰਸਾਰ ਦੇ ਵਿੱਚ ਉਹ ਜੱਗ ਨੂੰ ਪਤਾ ਲੱਗਦਾ ਹੈ। ਇੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਜਦੋਂ ਉਸ ਤੱਕ ਪੂਰੇ ਬਨਾਰਸ ਸ਼ਹਿਰ ਦੇ ਵਿੱਚ ਹੋਣ ਲੱਗੇ ਕਿ ਜਿਹਨੂੰ ਅਸੀਂ ਨੀਚ ਕਰਕੇ ਜਾਣਦੇ ਸਾਂ, ਅਛੂਤ ਕਰਕੇ ਜਾਣਦੇ ਸਾਂ, ਉਹ ਤਾਂ ਉਸ ਪਰਮਾਤਮਾ ਦੇ ਨਾਲ, ਉਸ ਪਾਰ ਬ੍ਰਹਮ ਦੇ ਨਾਲ ਇੱਕ ਮਿਕ ਹੋ ਚੁੱਕਾ ਹੈ। ਉਹਨਾਂ ਦੇ ਜਿਹੜੀ ਆਪਣੀ ਵਿਚਾਰਧਾਰਾ ਸੀ ਉਹ ਫਿਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸਾਹਮਣੇ ਫਿੱਕੀ ਪੈ ਗਈ। ਫਿੱਕੀ ਕਿੱਦਾਂ ਪੈ ਗਈ? ਕਿ ਉਹ ਮਿਹਨਤ ਨਹੀਂ ਸੀ ਕੀਤੀ। ਅੱਜ ਵੀ ਮਿਹਨਤ ਨਹੀਂ ਹੈ, ਵਿਚਾਰ ਉਹੀ ਨੇ। ਫਿਰ ਉਹ ਲੋਕਾਂ ਨੂੰ ਜਦੋਂ ਸਮਝ ਆਈ, ਉਹ ਫਿਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਕੇ ਡੰਡੌਤ ਕਰਨ ਲੱਗ ਪਏ, ਨਮਸਤਕ ਹੋਣ ਲੱਗ ਪਏ। ਔਰ
ਉਹਨਾਂ ਦੀ ਉਸਤਤ ਪੂਰੇ ਸੰਸਾਰ ਦੇ ਵਿੱਚ ਅੱਜ ਜਿੱਥੇ ਜਿੱਥੇ ਵੀ ਦੇਸਾਂ ਪ੍ਰਦੇਸਾਂ ਦੇ ਵਿੱਚ ਸੰਗਤਾਂ ਬੈਠੀਆਂ ਨੇ ਉਹਨਾਂ ਦੀਆਂ ਬਾਣੀਆਂ ਨੂੰ ਪੜ੍ਹ ਕੇ ਆਪਣਾ ਜੋ ਮਨੁੱਖੀ ਜੀਵਨ ਹੈ ਉਹ ਸਫਲ ਕਰ ਰਹੀਆਂ ਨੇ। ਅਗਰ ਜੇਕਰ ਇਹ ਸਾਡੇ ਕੋਲ ਬਾਣੀਆਂ ਨਾ ਹੁੰਦੀਆਂ ਸਾਡਾ ਜੋ ਜੀਵਨ ਹੋਣਾ ਸੀ ਬਹੁਤ ਹੀ ਨਰਕਾਂ ਭਰਿਆ ਹੋਣਾ ਸੀ। ਇਹਨਾਂ ਬਾਣੀਆਂ ਨੇ ਇਨਸਾਨ ਨੂੰ ਇੱਕ ਨਵੇਂ ਜਨਮ ਦਿੱਤੇ ਨੇ, ਨਵੀਆਂ ਸੋਚਾਂ ਦਿੱਤੀਆਂ ਨੇ, ਨਵੇਂ ਜੀਵਨ ਦਿੱਤੇ ਨੇ। ਆਓ ਸਤਿਸੰਗ ਜੀਓ ਬਾਣੀਆਂ ਨੂੰ ਜੁੜ ਕੇ जाके कुटांबी तेरे सब तोरी तो बंद फिरे या जो बनारी सी आसी पासा जाके पैसी करी होते ऐसी सही जाके अचारी सहती विपर करे दंडोत अचारी सहती विपर करे पैसी करी होते ऐसी सही ये देखा तेरे अमला बल्ले 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 ये देखा मैं अपने बल्ले कुछ नहीं मेरे बल्ले ये देखा तेरे अमला बल्ले ये देखा तेरे अमला बल्ले 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 ये देखा मैं अपने बल्ले कुछ नहीं मेरे बल्ले कुछ नहीं हो मेरे बल्ले जाके बाप पैसी करी होते ऐसी सही होते ऐसी सही जाके बाप जाके बाप जाके बाप जाके गुरु की प्यारी सत्संग जी बाणी पढ़ते हैं विचारा करते हैं अनेकों तरह दी गलतियां हो जाती ने माफ कर देना।